everyday life. Hanji. Today we are going to start with chapter number 16, which is chemistry in everyday life. ठीक है, ये chapter ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ. We are going to just revise the concepts. ਠੀਕ ਹੈ, ਤਾਂ ਇਹਦੇ ਵਿੱਚ ਬੇਸਿਕਲੀ ਆਪਾਂ ਉਹ ਮਟੀਰੀਅਲਸ ਜੇ ਦੇਖੀਏ ਜਿਹੜੇ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਆ, ਜਿਵੇਂ ਸੋਪ ਆ, ਡਿਟਰਜੈਂਟ ਆ, ਹਾਊਸ ਹੋਲਡ ਬਲੀਚਸ ਆ, ਠੀਕ ਹੈ, ਟੂਥਪੇਸਟ ਆ, ਇਹ ਸਾਰੇ ਜਿਹੜੇ ਆ ਉਹ ਕੈਮੀਕਲਸ ਤੋਂ ਹੀ ਬਣਦੇ ਆ। ਠੀਕ ਹੈ, ਕੈਮੀਕਲਸ ਆਪਾਂ ਕੈਮਿਸਟਰੀ 'ਚ ਸਟੱਡੀ ਕਰਦੇ ਆ। ਫਿਰ ਜੇ ਆਪਾਂ ਦੇਖੀਏ, ਆਪਾਂ ਆਪਣੇ ਕਲੋਥਸ ਵੱਲ ਦੇਖੀਏ, ਸਿੰਥੈਟਿਕ ਫਾਈਬਰਸ ਨੂੰ ਕਲਰ ਕਰਦੇ ਆ, ਹੈ ਨਾ, ਡਿਫਰੈਂਟ ਕਲਰ ਸਾਡੇ ਮਾਈਂਡ 'ਚ ਆਉਂਦੇ ਆ, ਡਾਈਜ਼ ਆ ਗਈਆਂ, ਕੈਮੀਕਲਸ ਆ ਜਿਹੜੇ, ਫੂਡ ਮਟੀਰੀਅਲ ਆ ਗਏ। ਠੀਕ ਹੈ, ਫੂਡ ਮਟੀਰੀਅਲ ਜਿਵੇਂ ਹੁਣ ਆਪਾਂ ਦੇਖਦੇ ਹਾਂ ਅਚਾਰ ਵਗੈਰਾ ਕਿੰਨਾ ਕਿੰਨਾ ਟਾਈਮ ਜਿਹੜੇ ਆ ਉਹ ਖ਼ਰਾਬ ਨਹੀਂ ਹੁੰਦੇ ਹੈਗੇ, ਹੈ ਨਾ। ਤਾਂ ਉਹ ਕਿਉਂ ਨਹੀਂ ਖ਼ਰਾਬ ਹੁੰਦੇ? ਬਿਕੋਜ਼ ਉਹਦੇ ਵਿੱਚ ਆਪਾਂ ਸਰਟਨ ਕੈਮੀਕਲਸ ਜਿਹੜੇ ਆ ਉਹ ਯੂਜ਼ ਕਰਦੇ ਹਾਂ, ਜਿਨ੍ਹਾਂ ਨੂੰ ਫੂਡ ਪ੍ਰੀਜ਼ਰਵੇਟਿਵਸ ਕਹਿੰਦੇ ਆ। ਜੇ ਅਸੀਂ ਬਿਮਾਰ ਹੋ ਜਾਂਦੇ ਹਾਂ ਡਿਜ਼ੀਜ਼ਸ ਤੋਂ, ਸਾਨੂੰ ਮੈਡੀਸਿਨਸ ਦੀ ਯਾਦ ਆਉਂਦੀ ਹੈ। ਠੀਕ ਹੈ, ਜੇ ਅਸੀਂ ਦੇਖੀਏ ਐਕਸਪਲੋਸਿਵਸ ਜਿਹੜੇ ਬੰਬ ਵਗੈਰਾ ਬਣਦੇ ਆ, ਫਿਊਲ ਆ, ਠੀਕ ਹੈ, ਸਪੇਸ ਸ਼ਟਲਸ ਆ ਜਾਂ ਰੋਕਟ ਪ੍ਰੋਪੈਲੈਂਟ ਆ, ਉਹਨਾਂ ਵਿੱਚ ਜਿਹੜਾ ਫਿਊਲ ਯੂਜ਼ ਹੁੰਦਾ ਹੈ। ਬਿਲਡਿੰਗ ਵਾਸਤੇ ਜਿਹੜੇ ਮਟੀਰੀਅਲ ਬਣਦਾ ਹੈਗਾ, ਸੀਮੈਂਟ ਵਗੈਰਾ, ਹੈ ਨਾ, ਇਲੈਕਟ੍ਰੋਨਿਕ ਮਟੀਰੀਅਲ ਬਣਦੇ ਆ ਜਿਹੜੇ, ਇਹ ਸਾਰੇ ਕੈਮੀਕਲਸ ਤੋਂ ਮਿਲ ਕੇ ਬਣੇ ਹੋਏ ਆ। ਠੀਕ ਹੈ, ਕੈਮਿਸਟਰੀ ਜਿਹੜੀ ਆ ਸਾਡੇ ਲਾਈਫ ਦੇ ਹਰ ਜਿਹੜਾ ਪਾਰਟ ਆ ਉਹਨੂੰ ਇਨਫਲੂਐਂਸ ਕਰਦੀ ਹੈ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਡਰੱਗਸ ਐਂਡ ਦੇਅਰ ਕਲਾਸੀਫਿਕੇਸ਼ਨ। ਡਰੱਗਸ ਕੀ ਹੁੰਦੇ ਆ? ਡਰੱਗਸ ਕੈਮੀਕਲਸ ਹੁੰਦੇ ਆ ਲੋ ਮੋਲੀਕੂਲਰ ਮਾਸ ਵਾਲੇ। ਠੀਕ ਹੈ, ਇਹ ਸਾਡੇ ਜਿਹੜੇ ਮੈਕਰੋਮੋਲੀਕੂਲਰ ਟਾਰਗੇਟ ਆ ਬੋਡੀ ਦੇ ਵਿੱਚ, ਜਿੱਥੇ ਆਪਣੀ ਕੋਈ ਡਿਜ਼ੀਜ਼ ਹੈਗੀ ਆ ਉਸ ਪਾਰਟ ਨੂੰ ਅਸੀਂ ਟਾਰਗੇਟ ਕਹਿੰਦੇ ਹਾਂ, ਕਿਉਂਕਿ ਅਸੀਂ ਉਹਨੂੰ ਹੀ ਠੀਕ ਕਰਨ ਦੇ ਲਈ ਡਰੱਗ ਲੈਂਦੇ ਹਾਂ। ਠੀਕ ਹੈ, ਤੇ ਜਦੋਂ ਅਸੀਂ ਡਰੱਗ ਲੈਂਦੇ ਹਾਂ ਤਾਂ ਇਟ ਪ੍ਰੋਡਿਊਸਸ ਅ ਬਾਇਓਲੋਜੀਕਲ ਰਿਸਪੌਂਸ, ਤਾਂ ਇੱਕ ਬਾਇਓਲੋਜੀਕਲ ਰਿਸਪੌਂਸ ਜਨਰੇਟ ਕਰਦਾ ਹੈਗਾ। ਤੇ ਉਹ ਬਾਇਓਲੋਜੀਕਲ ਰਿਸਪੌਂਸ ਥੈਰੇਪੈਟਿਕ ਤੇ ਯੂਜ਼ਫੁਲ ਹੁੰਦਾ, ਮਤਲਬ ਉਹ ਸਾਡੀ ਬੋਡੀ ਨੂੰ ਠੀਕ ਕਰਦਾ। ਜਦੋਂ ਉਹ ਥੈਰੇਪੈਟਿਕ ਤੇ ਯੂਜ਼ਫੁਲ ਹੁੰਦਾ ਤਾਂ ਉਹਨਾਂ ਕੈਮੀਕਲਸ ਨੂੰ ਅਸੀਂ ਮੈਡੀਸਿਨ ਕਹਿੰਦੇ ਹਾਂ। ਠੀਕ ਹੈ, ਤੇ ਮੈਡੀਸਿਨਸ ਜਿਹੜੀਆਂ ਹੈਗੀਆਂ ਉਹ ਡਾਇਗਨੋਜ਼ ਕਰਨ ਲਈ, ਡਾਇਗਨੋਜ਼ ਹੁੰਦਾ ਬਿਮਾਰੀ ਨੂੰ ਲੱਭਣਾ, ਪ੍ਰੀਵੈਂਟ ਕਰਨਾ ਮਤਲਬ ਰੋਕਣਾ, ਟਰੀਟਮੈਂਟ ਮਤਲਬ ਉਹਨੂੰ ਠੀਕ ਕਰਨਾ। ਠੀਕ ਹੈ ਜੀ, ਅਗਰ ਆਪਾਂ ਯੂਜ਼ ਕਰਦੇ ਹਾਂ ਡੋਜ਼ਸ ਨੂੰ, ਵੇਟ ਅ ਮਿਨਟ, ਦੈਨ ਬੱਚੇ ਆਪਣੇ ਕੋਲ ਹੈਗਾ ਕਿ ਆਪਾਂ ਜਦੋਂ ਆਪਣੇ ਕੋਲ, ਹਾਂਜੀ ਆਪਾਂ ਗੱਲ ਕਰ ਰਹੇ ਸੀ ਵੀ ਬਾਇਓਲੋਜੀਕਲ ਰਿਸਪੌਂਸ ਹੀ ਜੇ ਯੂਜ਼ਫੁਲ ਆ ਤੇ ਉਹ ਟਰੀਟਮੈਂਟ ਆਫ ਡਿਜ਼ੀਜ਼ ਲਈ ਯੂਜ਼ ਹੋ ਰਿਹਾ ਤਾਂ ਆਪਾਂ ਉਹਨੂੰ ਮੈਡੀਸਿਨ ਕਹਿ ਦਿੰਦੇ ਹਾਂ। ਠੀਕ ਹੈ, ਬਟ ਜੇ ਆਪਾਂ ਜ਼ਿਆਦਾ ਅਮਾਊਂਟ ਦੇ ਵਿੱਚ ਕੋਈ ਵੀ ਡੋਜ਼ ਲੈਂਦੇ ਹਾਂ, ਹਾਇਰ ਅਮਾਊਂਟ ਦੇ ਵਿੱਚ, ਤਾਂ ਉਹ ਸਾਡੇ ਲਈ ਪੋਇਜ਼ਨ ਵੀ ਬਣ ਸਕਦੀ ਹੈ। ਠੀਕ ਹੈ, ਜਿਵੇਂ ਨੀਂਦ ਵਾਲੀਆਂ ਗੋਲੀਆਂ ਜ਼ਿਆਦਾ ਲੈ ਲੈਂਦੇ, ਉਹਦੇ ਨਾਲ ਵੀ ਕਹਿੰਦੇ ਹੁੰਦੇ ਨਾ ਡੈਥ ਹੋ ਜਾਂਦੀ ਆ। ਤਾਂ ਉਹਦਾ ਰੀਜ਼ਨ ਇਹੀ ਹੈ ਵੀ ਆਪਾਂ ਹਾਇਰ ਡੋਜ਼ ਨਹੀਂ ਲੈਣੀ ਹੁੰਦੀ। ਇਸੇ ਕਰਕੇ ਕਹਿੰਦੇ ਆ ਵੀ ਹਰੇਕ ਜਿਹੜੀ ਮੈਡੀਸਿਨ ਆ ਉਹ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਾਅਦ ਹੀ ਲੈਣੀ ਚਾਹੀਦੀ ਹੈ। ਠੀਕ ਹੈ, ਜਦੋਂ ਅਸੀਂ ਕੈਮੀਕਲਸ ਦਾ ਯੂਜ਼ ਕਰਦੇ ਹਾਂ ਥੈਰੇਪੈਟਿਕ ਇਫੈਕਟ ਲਈ, ਠੀਕ ਹੈ, ਉਹਨੂੰ ਕੀਮੋਥੈਰੇਪੀ ਕਹਿੰਦੇ ਆ। ਓਕੇ ਜੀ, ਦੈਨ ਆਪਣੇ ਕੋਲ ਹੈਗਾ ਵੀ ਆਪਾਂ ਡਰੱਗਸ ਨੂੰ ਕਲਾਸੀਫਾਈ ਕਰ ਸਕਦੇ ਹਾਂ ਡਿਫਰੈਂਟ ਵੇਜ਼ ਦੇ ਨਾਲ। ਜਿਵੇਂ ਸਭ ਤੋਂ ਪਹਿਲਾਂ ਹੈਗਾ ਵੀ ਫਾਰਮਾਕੋਲੋਜੀਕਲ ਇਫੈਕਟ ਆ, ਤਾਂ ਇਹ ਕਲਾਸੀਫਿਕੇਸ਼ਨ ਜਿਹੜੀ ਆ ਫਾਰਮਾਕੋਲੋਜੀਕਲ ਇਫੈਕਟ 'ਤੇ ਡਿਪੈਂਡੈਂਟ ਆ। ਇਹ ਯੂਜ਼ ਹੁੰਦੀ ਹੈ ਡਾਕਟਰਸ ਦੁਆਰਾ, ਕਿਉਂਕਿ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਕੋਲ ਇੱਕ ਪਰਟੀਕੂਲਰ ਟਾਈਪ ਦੀ ਪ੍ਰੋਬਲਮ ਲਈ ਕਿਹੜੀ ਰੇਂਜ ਆਫ ਡਰੱਗਸ ਅਵੇਲੇਬਲ ਆ। ਠੀਕ ਹੈ, ਜਿਵੇਂ ਐਨਲਜੈਸਿਕਸ ਆ, ਉਹਨਾਂ ਸਾਰਿਆਂ ਦਾ ਪੇਨ ਕਿਲਿੰਗ ਇਫੈਕਟ ਹੁੰਦਾ, ਪੇਨ ਰਿਲੀਵਰ ਆ। ਐਂਟੀਸੈਪਟਿਕਸ ਆ ਜਿਹੜੇ, ਉਹ ਸਾਰੇ ਮਾਈਕਰੋ ਆਰਗੇਨਿਜ਼ਮ ਦੀ ਗਰੋਥ ਨੂੰ ਕਿਲ ਕਰਦੇ ਆ। ਠੀਕ ਹੈ, ਇਹਦੇ ਵਿੱਚ ਹੁਣ ਦੋ ਡੈਫੀਨੇਸ਼ਨਸ ਆ ਗਈਆਂ ਬੱਚੇ। ਐਨਲਜੈਸਿਕਸ ਉਹ ਹੁੰਦੇ ਜਿਹੜੇ ਪੇਨ ਤੋਂ ਰਿਲੀਫ ਦਿੰਦੇ ਆ, ਐਂਟੀਸੈਪਟਿਕ ਉਹ ਹੁੰਦੇ ਜਿਹੜੇ ਮਾਈਕਰੋ ਆਰਗੇਨਿਜ਼ਮ ਦੀ ਗਰੋਥ ਨੂੰ ਰੋਕਦੇ ਆ। ਠੀਕ ਹੈ ਜੀ, ਦੈਨ ਆਪਣੇ ਕੋਲ ਹੈਗਾ ਔਨ ਦਾ ਬੇਸਿਸ ਆਫ ਡਰੱਗ ਐਕਸ਼ਨ। ਤਾਂ ਉਹ ਕਹਿੰਦਾ ਵੀ ਜਿਹੜਾ ਐਕਸ਼ਨ ਆਫ ਅ ਡਰੱਗ, ਉਹਦੇ ਬੇਸ 'ਤੇ ਆਪਾਂ ਇਹਨਾਂ ਨੂੰ ਡਿਫਾਈਨ ਕਰ ਸਕਦੇ ਹਾਂ। ਜਿਵੇਂ ਐਂਟੀ ਹਿਸਟੇਮਾਈਨ ਹੁੰਦੇ ਆ, ਐਂਟੀ ਹਿਸਟੇਮਾਈਨ ਜਿਹੜੇ ਸਾਡੀ ਬੋਡੀ ਦੇ ਵਿੱਚ ਐਲਰਜੀ ਪ੍ਰੋਡਿਊਸਿੰਗ ਕੰਪੋਨੈਂਟ ਹੁੰਦੇ ਆ, ਹਿਸਟੇਮਾਈਨ ਹੁੰਦੇ ਆ, ਉਹਨਾਂ ਦੇ ਐਕਸ਼ਨ ਨੂੰ ਰੋਕਦੇ ਆ। ਠੀਕ ਹੈ, ਕਿਉਂਕਿ ਉਹਨਾਂ ਨਾਲ ਇਨਫਲੇਮੇਸ਼ਨ ਹੋਣ ਲੱਗ ਜਾਂਦੀ ਹੈ ਬੋਡੀ 'ਚ। ਇਨਫਲੇਮੇਸ਼ਨ ਦਾ ਮਤਲਬ ਹੁੰਦਾ ਬੱਚੇ ਕਈ ਵਾਰ ਆਪਣੇ ਜਿਵੇਂ ਰੈਡਨੈਸ, ਰੈਸ਼ਸ ਜੇ ਪੈ ਜਾਂਦੇ ਆ, ਲਾਲੀ ਜੀ ਹੋ ਜਾਂਦੀ ਆ, ਹੈ ਨਾ, ਐਲਰਜੀ ਕਰਕੇ, ਤਾਂ ਉਹਨਾਂ ਚੀਜ਼ਾਂ ਨੂੰ ਇਹ ਰੋਕਦੇ ਆ। ਠੀਕ ਹੈ ਜੀ, ਇਹਦੇ ਵਿੱਚ ਹੁਣ ਡੈਫੀਨੇਸ਼ਨ ਆ ਗਈ ਆਪਣੇ ਕੋਲ ਐਂਟੀ ਹਿਸਟੇਮਾਈਨ ਦੀ। ਨੈਕਸਟ ਆਪਣੇ ਕੋਲ ਹੈਗਾ ਔਨ ਦਾ ਬੇਸਿਸ ਆਫ ਕੈਮੀਕਲ ਸਟਰਕਚਰ। ਕੈਮੀਕਲ ਸਟਰਕਚਰ ਦੇ ਬਿਹਾਫ 'ਤੇ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਡਿਫਾਈਨ ਕਰ ਸਕਦੇ ਹਾਂ ਵੀ ਇਹਨਾਂ ਦਾ ਸਟਰਕਚਰ ਕਿੱਦਾਂ ਦਾ। ਜਿਵੇਂ ਇਹ ਸਲਫੋਨਮਾਈਡ ਦੀ ਉਹਨਾਂ ਨੇ ਸਟਰਕਚਰ ਦਿੱਤਾ ਹੋਇਆ ਹੈਗਾ, ਇਹ ਇਹਨਾਂ ਦਾ ਕਾਮਨ ਸਟਰਕਚਰ ਹੁੰਦਾ ਸਲਫੋਨਮਾਈਡ ਦਾ। ਠੀਕ ਹੈ, ਇਹਨਾਂ ਸਾਰਿਆਂ ਦੇ ਵਿੱਚ ਇੱਦਾਂ ਦਾ ਸਟਰਕਚਰ ਹੋਏਗਾ ਹੀ।
ਜਿਵੇਂ ਬੈਂਜ਼ੀਨ ਰਿੰਗਸ ਜਿਹੜੀਆਂ ਉਹ ਇਨਕਰੀਜ਼ ਡਿਕਰੀਜ਼ ਹੋ ਸਕਦੀਆਂ, ਬਟ ਜਿਹੜਾ ਆ SO2 NHR ਹੈ ਇਹ ਗਰੁੱਪ ਲੱਗਾ ਹੀ ਹੋਏਗਾ, ਸਲਫੋਨਾਮਾਈਡ ਗਰੁੱਪ। ਨੈਕਸਟ ਆਪਣੇ ਕੋਲ ਹੈਗਾ ਮੋਲੀਕਿਊਲਰ ਟਾਰਗੇਟ ਦੇ ਬੇਸਿਸ ਤੇ। ਠੀਕ ਹੈ, ਜਿਹੜੇ ਡਰੱਗਸ ਜਿਹੜੇ ਹੈਗੇ ਆ ਉਹ ਬਾਇਓ ਮੋਲੀਕਿਊਲ ਜਿਵੇਂ ਕਿ ਕਾਰਬੋਹਾਈਡਰੇਟ, ਲਿਪਿਡ ਵਗੈਰਾ ਉਹਨਾਂ ਨਾਲ ਇੰਟਰੈਕਟ ਕਰਦੇ ਆ। ਇਹਨਾਂ ਮੋਲੀਕਿਊਲਸ ਨੂੰ ਆਪਾਂ ਕਹਿੰਦੇ ਆ ਟਾਰਗੇਟ ਮੋਲੀਕਿਊਲ, ਠੀਕ ਹੈ, ਜਾਂ ਡਰੱਗ ਟਾਰਗੇਟਸ। ਤੇ ਜਿਹੜੇ ਇਹਨਾਂ ਦੇ ਉੱਪਰ ਐਕਟ ਕਰਦੇ ਆ, ਠੀਕ ਹੈ, ਉਹਨਾਂ ਨੂੰ ਅਸੀਂ ਮੋਲੀਕੂਲਰ ਟਾਰਗੇਟ ਦੇ ਕੈਟਾਗਰੀ ਦੇ ਵਿੱਚ ਰੱਖਦੇ ਹਾਂ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਹੈਗਾ ਡਰੱਗ ਟਾਰਗੇਟ ਇੰਟਰੈਕਸ਼ਨ। ਤਾਂ ਇਹਦੇ ਵਿੱਚ ਆਪਾਂ ਨੂੰ ਪਤਾ ਵੀ ਜਿਹੜੇ ਪ੍ਰੋਟੀਨਸ ਸਾਡੀ ਬੋਡੀ ਦੇ ਵਿੱਚ ਬਾਇਓਲੋਜੀਕਲ ਕੈਟਾਲਿਸਟ ਦਾ ਕੰਮ ਕਰਦੇ ਆ, ਜਿਹੜੀ ਬੋਡੀ ਦੀਆਂ ਰਿਐਕਸ਼ਨਸ ਨੂੰ ਸਪੀਡ ਅਪ ਕਰਨ ਦਾ ਕੰਮ ਕਰਦੇ ਆ, ਉਹਨਾਂ ਨੂੰ ਐਂਜ਼ਾਈਮ ਕਹਿੰਦੇ ਆ। ਤੇ ਐਂਜ਼ਾਈਮ ਜਿਹੜੇ ਆ ਬਹੁਤ ਜ਼ਰੂਰੀ ਆ, ਠੀਕ ਹੈ, ਸਾਡੇ ਕਮਿਊਨੀਕੇਸ਼ਨ ਸਿਸਟਮ ਵਾਸਤੇ, ਸਾਡੇ ਡਾਈਜੈਸਟਿਵ ਸਿਸਟਮ ਵਾਸਤੇ। ਤਾਂ ਇਹਦੇ ਵਿੱਚ ਜਿੱਥੇ ਵੀ ਡਰੱਗ ਟਾਰਗੇਟ ਜਾ ਰਿਹਾ ਹੈਗਾ, ਮਤਲਬ ਜਿੱਥੇ ਸਾਡੀ ਡਰੱਗ ਜਾ ਕੇ ਵਰਕ ਕਰ ਰਹੀ ਆ, ਉਹਨਾਂ ਨੂੰ ਰਿਸੈਪਟਰ ਕਹਿੰਦੇ ਆ। ਤਾਂ ਉਹ ਕਹਿੰਦੇ ਡਰੱਗ ਟਾਰਗੇਟ ਇੰਟਰੈਕਸ਼ਨ ਦੇ ਵਿੱਚ ਐਂਜ਼ਾਈਮ ਤੇ ਰਿਸੈਪਟਰ ਦਾ ਕਾਫੀ ਵੱਡਾ ਕੰਮ ਆ। ਠੀਕ ਹੈ, ਇਹਦੇ ਵਿੱਚ ਮੈਂ ਤੁਹਾਨੂੰ ਦੂਸਰੀ ਬੁੱਕ ਤੋਂ ਕੰਪੀਟੀਟਿਵ ਤੇ ਨਾਨ ਕੰਪੀਟੀਟਿਵ ਇਨਹਿਬਿਸ਼ਨ ਕਰਵਾਇਆ ਸੀ, ਉਹ ਵੀ ਤੁਸੀਂ ਕਰ ਲੈਣਾ ਹੈਗਾ। ਠੀਕ ਹੈ, ਹੁਣ ਉਹ ਕਹਿੰਦਾ ਵੀ ਜਦੋਂ ਇੰਟਰੈਕਸ਼ਨ ਅਸੀਂ ਡਰੱਗ ਤੇ ਐਂਜ਼ਾਈਮ ਦੇ ਵਿੱਚ ਸਟੱਡੀ ਕਰਦੇ ਹਾਂ, ਤੇ ਫਿਰ ਅਸੀਂ ਦੇਖਦੇ ਹਾਂ ਵੀ ਹੋਲਡ ਕਿਵੇਂ ਕਰਦਾ ਸਬਸਟ੍ਰੇਟ। ਹੁਣ ਦੇਖੋ ਸਾਡੇ ਕੋਲ ਆ ਹੁੰਦੀ ਹੈ ਐਕਟਿਵ ਸਾਈਟ, ਡਾਇਗਰਾਮ ਦੇ ਵਿੱਚ ਦੇਖੋ ਐਂਜ਼ਾਈਮ ਦੀ ਐਕਟਿਵ ਸਾਈਟ ਆ, ਤੇ ਜਿਹੜਾ ਸਬਸਟ੍ਰੇਟ ਆ ਬੀ ਪਾਰਟ, ਇਹ ਉਸ ਤਰ੍ਹਾਂ ਦੀ ਸ਼ੇਪ ਦਾ ਹੈਗਾ ਵੀ ਇੱਕ ਪਾਰਟਿਕੂਲਰ ਸਬਸਟ੍ਰੇਟ ਹੀ ਇੱਥੇ ਫਿੱਟ ਹੋ ਸਕਦਾ। ਠੀਕ ਹੈ, ਤਾਂ ਇਹਦੇ ਵਿੱਚ ਕੀ ਐਂਡ ਲੌਕ ਮਾਡਲ ਮੈਂ ਤੁਹਾਨੂੰ ਕਰਵਾਇਆ ਸੀਗਾ, ਜਿਵੇਂ ਇੱਕ ਪਾਰਟਿਕੂਲਰ ਕੀ ਜਿਹੜੀ ਆ ਉਹੀ ਇੱਕ ਪਾਰਟਿਕੂਲਰ ਲੌਕ ਨੂੰ ਓਪਨ ਕਰ ਸਕਦੀ ਆ, ਹੈ ਨਾ। ਉਸੇ ਤਰ੍ਹਾਂ ਹੀ ਜਿਹੜਾ ਹੈਗਾ ਇੱਕ ਪਾਰਟਿਕੂਲਰ ਸਬਸਟ੍ਰੇਟ ਇੱਕ ਪਾਰਟਿਕੂਲਰ ਐਂਜ਼ਾਈਮ ਦੇ ਵਿੱਚ ਫਿੱਟ ਹੋ ਸਕਦਾ। ਠੀਕ ਹੈ, ਤਾਂ ਹੁਣ ਡਰੱਗ ਦੀ ਸ਼ੇਪ ਵੀ ਸੇਮ ਹੋਏਗੀ ਜਦੋਂ ਡਰੱਗ ਆਪਾਂ ਬਣਾਉਂਦੇ ਹਾਂ ਸਬਸਟ੍ਰੇਟ ਵਾਲੀ। ਦੋਨੋਂ ਕੰਪੀਟ ਕਰਦੇ ਆ, ਸਬਸਟ੍ਰੇਟ ਦੀ ਜਗ੍ਹਾ ਡਰੱਗ ਇੱਥੇ ਬਾਈਂਡ ਹੋ ਜਾਂਦੀ ਹੈ, ਦੇਖੋ ਅਗਲੇ ਉਹਨਾਂ ਨੇ ਡਾਇਗਰਾਮ 'ਚ ਦਿਖਾਇਆ ਹੋਇਆ ਹੈਗਾ। ਠੀਕ ਹੈ, ਡਰੱਗ ਇੱਥੇ ਬਾਈਂਡ ਹੋ ਜਾਂਦੀ ਆ ਤੇ ਆਪਣਾ ਵਰਕ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੰਦੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਡਰੱਗਸ ਆ ਜਿਹੜੀਆਂ ਕੰਪੀਟ ਕਰਦੀਆਂ ਨੈਚੁਰਲ ਸਬਸਟ੍ਰੇਟ ਦੇ ਨਾਲ ਅਟੈਚਮੈਂਟ ਲਈ, ਉਹਨਾਂ ਨੂੰ ਕੰਪੀਟੀਟਿਵ ਇਨਹਿਬਿਟਰ ਕਹਿੰਦੇ ਆ। ਠੀਕ ਹੈ, ਦੂਜਾ ਹੈਗਾ ਨਾਨ ਕੰਪੀਟੀਟਿਵ ਇਨਹਿਬਿਸ਼ਨ। ਇਹਦੇ ਵਿੱਚ ਕੀ ਹੁੰਦਾ ਵੀ ਐਕਟਿਵ ਸਾਈਟ ਤੇ ਡਰੱਗ ਨਹੀਂ ਬਾਈਂਡ ਹੁੰਦੀ, ਸਗੋਂ ਇੱਕ ਹੋਰ ਡਿਫਰੈਂਟ ਸਾਈਟ ਤੇ ਬਾਈਂਡ ਹੁੰਦੀ ਹੈ, ਜਿਹੜੀ ਨੀਚੇ ਇਹਨਾਂ ਨੇ ਬਣਾਈ ਹੋਈ ਹੈ, ਇਹਨੂੰ ਕਹਿੰਦੇ ਆ ਐਲੋਸਟੈਰਿਕ ਸਾਈਟ। ਠੀਕ ਹੈ ਜੀ, ਤਾਂ ਐਲੋਸਟੈਰਿਕ ਸਾਈਟ ਤੇ ਜਦੋਂ ਇਹ ਬਾਈਂਡ ਹੋ ਜਾਂਦੀ ਹੈ ਤਾਂ ਇਹ ਐਕਟਿਵ ਸਾਈਟ ਦੀ ਸ਼ੇਪ ਨੂੰ ਚੇਂਜ ਕਰਦੀ ਹੈ। ਠੀਕ ਹੈ, ਸੈਕਿੰਡ ਡਾਇਗਰਾਮ ਦੇਖੋ, ਐਕਟਿਵ ਸਾਈਟ ਦੀ ਸ਼ੇਪ ਨੂੰ ਚੇਂਜ ਕਰ ਦਿੰਦੀ ਆ। ਤੇ ਜਦੋਂ ਇਹ ਐਕਟਿਵ ਸਾਈਟ ਦੀ ਸ਼ੇਪ ਚੇਂਜ ਹੋ ਜਾਂਦੀ ਹੈ ਤੇ ਇੱਥੇ ਜਿਹੜਾ ਉਹ ਪਾਰਟਿਕੂਲਰ ਸਬਸਟ੍ਰੇਟ ਆ ਉਹ ਬਾਈਂਡ ਹੀ ਨਹੀਂ ਹੋ ਪਾਏਗਾ, ਤੇ ਇਸ ਕਰਕੇ ਸਿਰਫ ਡਰੱਗ ਹੀ ਐਕਸ਼ਨ ਕਰੇਗਾ, ਸਬਸਟ੍ਰੇਟ ਦਾ ਐਕਸ਼ਨ ਜਿਹੜਾ ਉਹ ਸਟਾਪ ਹੋ ਜਾਏਗਾ। ਠੀਕ ਹੈ, ਇਹਦੇ ਵਿੱਚ ਇਹ ਦੋਨੋਂ ਕੰਪੀਟ ਨਹੀਂ ਕਰ ਰਹੇ, ਇਸ ਕਰਕੇ ਇਹਨੂੰ ਨਾਨ ਕੰਪੀਟੀਟਿਵ ਇਨਹਿਬਿਸ਼ਨ ਕਹਿੰਦੇ। ਇੱਥੋਂ ਤੱਕ ਬੱਚੇ ਕਲੀਅਰ ਹੋਇਆ ਸਭ ਨੂੰ? ਹਾਂਜੀ, ਕਲੀਅਰ ਹੋ ਗਿਆ ਬੱਚੇ? ਯੈਸ ਮੈਮ। ਓਕੇ ਜੀ, ਦੈਨ ਆਪਾਂ ਬੱਚੇ ਨੈਕਸਟ ਚੱਲਦੇ ਹਾਂ। ਜਿੱਥੋਂ ਮੈਨੂੰ ਤੁਹਾਨੂੰ ਲੱਗੇ ਕਿ ਸਪੀਡ ਜ਼ਿਆਦਾ, ਪਲੀਜ਼ ਮੈਨੂੰ ਟੋਕ ਦਿਓ ਜੇ। ਦੈਨ ਹੈਗਾ ਰਿਸੈਪਟਰ ਐਜ਼ ਡਰੱਗ ਟਾਰਗੇਟਸ। ਠੀਕ ਹੈ, ਜਿਵੇਂ ਰਿਸੈਪਟਰ ਆ ਉਹ ਵੀ ਪ੍ਰੋਟੀਨਸ ਹੁੰਦੇ ਆ ਸਾਡੀ ਬੋਡੀ ਦੇ ਵਿੱਚ। ਠੀਕ ਹੈ, ਜਿਹੜਾ ਨਰਵਸ ਸਿਸਟਮ ਆ ਉਹਦਾ ਮੇਨ ਪਾਰਟ ਆ ਰਿਸੈਪਟਰ। ਤੇ ਜਿਹੜੇ ਆਪਣੀ ਬੋਡੀ ਦੇ ਵਿੱਚ ਮੈਸੇਜ ਸੈਂਡ ਹੁੰਦਾ ਦੋ ਨਿਊਰੋਨਸ ਦੇ ਵਿੱਚ, ਉਹ ਕੈਮੀਕਲਸ ਦੇ ਥਰੂ ਹੀ ਸੈਂਡ ਹੁੰਦਾ। ਇਹਨਾਂ ਕੈਮੀਕਲਸ ਨੂੰ ਅਸੀਂ ਕੈਮੀਕਲ ਮੈਸੇਂਜਰ ਕਹਿੰਦੇ ਹਾਂ। ਠੀਕ ਹੈ, ਜਾਂ ਨਿਊਰੋ ਹਾਰਮੋਨਸ ਕਹਿੰਦੇ ਆ। ਨੈਕਸਟ ਆਪਾਂ ਬਸ ਇਹਦੇ ਵਿੱਚ ਤੁਸੀਂ ਇੰਨਾ ਸਮਝ ਲਿਓ ਵੀ ਜਿਹੜੇ ਹਾਰਮੋਨਸ ਆ ਉਹ ਸਾਡੇ ਨੈਚੁਰਲ ਜਿਹੜਾ ਕਮਿਊਨੀਕੇਸ਼ਨ ਸਿਸਟਮ ਆ ਹੈ ਨਾ ਉਹਨੂੰ ਬੂਸਟ ਅਪ ਕਰਦੇ ਆ, ਉਹਦੇ ਵਿੱਚ ਪਾਰਟੀਸਪੇਟ ਕਰਦੇ ਆ। ਜਿਹੜਾ ਮੈਸੇਜ ਆ ਉਹ ਰਿਸੈਪਟਰ ਤੱਕ ਪਹੁੰਚਾਉਂਦੇ ਆ ਤੇ ਰਿਸੈਪਟਰ ਤੋਂ ਨਰਵਸ ਸਿਸਟਮ ਤੱਕ ਲੈ ਕੇ ਜਾਂਦੇ ਆ। ਠੀਕ ਹੈ, ਉਹਨਾਂ ਨੂੰ ਨਿਊਰੋ ਟਰਾਂਸਮਿਟਰ ਕਹਿੰਦੇ ਆ। ਨੈਕਸਟ ਆਪਣੇ ਕੋਲ ਹੈਗੇ ਆ ਡਰੱਗਸ ਜਿਹੜੇ ਬਾਈਂਡ ਹੋ ਜਾਂਦੇ ਆ ਰਿਸੈਪਟਰ ਸਾਈਟ ਤੋਂ, ਤੇ ਨੈਚੁਰਲ ਫੰਕਸ਼ਨ ਜਿਹੜਾ ਰਿਸੈਪਟਰ ਸਾਈਟ ਦਾ ਉਹਨੂੰ ਰੋਕਦੇ ਆ, ਉਹਨੂੰ ਐਂਟਾਜੋਨਿਸਟ ਕਹਿੰਦੇ ਆ। ਠੀਕ ਹੈ ਜੀ, ਤੇ ਆਪਣੇ ਕੋਲੇ ਨੈਕਸਟ ਹੈਗਾ ਵੀ ਹੋਰ ਇੱਕ ਡਰੱਗਸ ਹੁੰਦੀਆਂ ਜਿਹੜੀਆਂ ਨੈਚੁਰਲ ਮੈਸੇਂਜਰ ਵਾਂਗੂ ਮਿਮਿਕ ਕਰਦੀਆਂ। ਮਿਮਿਕ ਹੁੰਦਾ ਉਹਨਾਂ ਦੇ ਫੰਕਸ਼ਨ ਨੂੰ ਕਾਪੀ ਕਰਦੀਆਂ। ਠੀਕ ਹੈ, ਤੇ ਉਹ ਮਤਲਬ ਜਿਹੜਾ ਰਿਸੈਪਟਰ ਆ ਉਹਨੂੰ ਇਦਾਂ ਲੱਗਦਾ ਵੀ ਨੈਚੁਰਲ ਮੈਸੇਂਜਰ ਆਇਆ, ਹੁੰਦੀ ਉਹ ਡਰੱਗ ਆ, ਤੇ ਜਿਹੜਾ ਡਿਜ਼ਾਇਰਡ ਫੰਕਸ਼ਨ ਆ ਉਹਦੇ ਨਾਲ ਉਹ ਜਨਰੇਟ ਹੋ ਜਾਂਦਾ। ਇਹਨਾਂ ਨੂੰ ਐਗੋਨਿਸਟ ਕਹਿੰਦੇ। ਠੀਕ ਹੈ, ਇਹ ਯੂਜ਼ਫੁਲ ਹੁੰਦੇ ਆ ਜਦੋਂ ਨੈਚੁਰਲ ਕੈਮੀਕਲ ਮੈਸੇਂਜਰ ਦੀ ਕਮੀ ਹੁੰਦੀ ਆ। ਹੁਣ ਮੈਂ ਇਹ ਚੀਜ਼ ਨੂੰ ਤੁਹਾਨੂੰ ਥੋੜ੍ਹਾ ਜਿਹਾ ਸਮਝਾਉਣੀ ਹੈ ਰਾਜੇ। ਜਿਵੇਂ ਕਈਆਂ ਨੂੰ ਦੇਖੋ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਆ, ਜਾਂ ਕਈਆਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੁੰਦੀ ਆ, ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਹੈਗਾ, ਡਾਕਟਰ ਜਿਹੜਾ ਹੈਗਾ ਨਾ ਉਹ ਮੈਡੀਸਿਨ ਦਿੰਦਾ। ਥਾਇਰਾਇਡ
ਦੋ ਤਰ੍ਹਾਂ ਦਾ ਹੁੰਦਾ, ਹਾਈਪੋਥਾਇਰੋਇਡਿਜ਼ਮ ਤੇ ਹਾਈਪਰਥਾਇਰੋਇਡਿਜ਼ਮ। ਠੀਕ ਹੈ, ਹਾਈਪੋ ਹੁੰਦਾ ਕਿ ਜੇ ਅਗਰ ਜਿਹੜਾ ਥਾਇਰੋਕਸਿਨ ਹਾਰਮੋਨ ਆ ਉਹ ਘੱਟ ਪ੍ਰੋਡਿਊਸ ਹੋ ਰਿਹਾ ਤਾਂ ਡਾਕਟਰ ਮੈਡੀਸਿਨ ਦਿੰਦਾ, ਉਹਦੇ ਨਾਲ ਉਹ ਜ਼ਿਆਦਾ ਪ੍ਰੋਡਿਊਸ ਹੋਣ ਲੱਗ ਜਾਂਦਾ। ਠੀਕ ਹੈ, ਤਾਂ ਉਹ ਐਗੋਨਿਸਟ ਆ, ਬਿਕੋਜ਼ ਜਿੱਥੇ ਵੀ ਉਹ ਰਿਸੈਪਟਰ ਸਾਈਟ ਤੇ ਜਾਣਗੇ, ਰਿਸੈਪਟਰ ਸਾਈਟ ਨੂੰ ਇਦਾਂ ਲੱਗਦਾ ਹੈਗਾ ਵੀ ਨੈਚੁਰਲੀ ਇਹ ਚੀਜ਼ ਪ੍ਰੋਡਿਊਸ ਹੋ ਰਹੀ ਆ ਤੇ ਆਪਣੀ ਬੋਡੀ ਦਾ ਫੰਕਸ਼ਨ ਜਿਹੜਾ ਹੈਗਾ ਉਹ ਪ੍ਰੋਪਰ ਹੋ ਜਾਂਦਾ ਹੈਗਾ ਉਸ ਮੈਡੀਸਿਨ ਦੇ ਨਾਲ। ਠੀਕ ਹੈ, ਬਟ ਇਹ ਉਸ ਕੇਸ 'ਚ ਯੂਜ਼ ਕਰਾਂਗੇ ਜਿੱਥੇ ਲੈਕ ਆ, ਕਮੀ ਆ ਨੈਚੁਰਲ ਮੈਸੇਂਜਰ ਦੀ। ਦੈਨ ਬੱਚੇ ਆਪਣੇ ਕੋਲ ਹੈਗਾ ਐਂਟੀਸਿਡ। ਠੀਕ ਹੈ, ਐਂਟੀਸਿਡ ਦਾ ਮਤਲਬ ਹੁੰਦਾ ਜਦੋਂ ਸਾਡੀ ਬੋਡੀ ਦੇ ਵਿੱਚ ਐਕਸਟਰਾ ਐਸਿਡ ਪ੍ਰੋਡਿਊਸ ਹੋ ਜਾਂਦਾ ਹੈ, ਉਹਦੇ ਨਾਲ ਐਸਿਡਿਟੀ ਦੀ ਪ੍ਰੋਬਲਮ ਹੋ ਜਾਂਦੀ ਆ, ਉਸ ਐਸਿਡ ਨੂੰ ਨਿਊਟਰਲਾਈਜ਼ ਕਰਨ ਲਈ ਅਸੀਂ ਐਂਟੀਸਿਡ ਯੂਜ਼ ਕਰਦੇ ਹਾਂ। ਠੀਕ ਹੈ, ਜਿਵੇਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਆ ਜਾਂ ਮਿਕਸਚਰ ਐਲੂਮੀਨੀਅਮ ਤੇ ਮੈਗਨੀਸ਼ੀਅਮ ਹਾਈਡਰੋਕਸਾਈਡ ਦਾ। ਠੀਕ ਹੈ, ਤਾਂ ਇਹ ਸਾਰੇ ਕੀ ਕਰਦੇ ਆ, ਜਿਹੜਾ ਐਕਸਟਰਾ ਐਸਿਡ ਹੁੰਦਾ ਉਹਨੂੰ ਐਲਕੇਲਾਈਨ ਕਰ ਦਿੰਦੇ, ਮਤਲਬ ਨਿਊਟਰਲਾਈਜ਼ ਕਰ ਦਿੰਦੇ ਆ, ਤੇ ਜਿਹਦੇ ਨਾਲ ਸਾਡਾ ਜਿਹੜਾ ਬੋਡੀ ਆ ਉਹ ਉਸ ਐਕਸਟਰਾ ਐਸਿਡ ਤੋਂ ਫ੍ਰੀ ਹੋ ਜਾਂਦੀ ਆ। ਠੀਕ ਹੈ, ਨੈਕਸਟ ਆਪਣੇ ਕੋਲ ਹੈਗਾ ਐਂਟੀ ਹਿਸਟਾਮਾਈਨ। ਇਹ ਆਪਾਂ ਆਲਰੇਡੀ ਡਿਸਕਸ ਕਰ ਲਿਆ ਹੈਗਾ ਵੀ ਜਿਹੜੇ ਹਿਸਟਾਮਾਈਨ ਦੇ ਰਿਲੀਜ਼ ਆ ਉਹਨੂੰ ਰੋਕਦੇ ਆ। ਠੀਕ ਹੈ, ਤੇ ਸਾਨੂੰ ਐਲਰਜੀ ਤੋਂ ਬਚਾਉਂਦੇ ਆ। ਨਿਊਰੋਲੋਜੀਕਲੀ ਐਕਟਿਵ ਡਰੱਗਸ ਤੇ ਆ ਜਾਓ, ਇਹਦੇ ਵਿੱਚ ਫਸਟ ਹੈਗਾ ਟ੍ਰੈਂਕਲਾਈਜ਼ਰਸ। ਠੀਕ ਹੈ, ਟ੍ਰੈਂਕਲਾਈਜ਼ਰਸ ਜਿਹੜੇ ਆ ਉਹ ਵੀ ਇੱਕ ਕੈਮੀਕਲ ਕੰਪਾਊਂਡ ਆ ਦੀ ਕਲਾਸ ਹੈ, ਜਿਹੜੇ ਆਪਾਂ ਸਟ੍ਰੈਸ ਨੂੰ ਟਰੀਟ ਕਰਨ ਲਈ ਜਾਂ ਮੈਂਟਲ ਡਿਜ਼ੀਜ਼ਜ਼ ਨੂੰ ਟਰੀਟ ਕਰਨ ਦੇ ਲਈ ਯੂਜ਼ ਕਰਦੇ ਹਾਂ। ਠੀਕ ਹੈ, ਕਈ ਵਾਰੀ ਜਿਵੇਂ ਜ਼ਿਆਦਾ ਮੈਂਟਲ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ, ਠੀਕ ਹੈ, ਰੌਲਾ ਪਾਉਂਦੇ ਆ, ਬੇਚੈਨੀ ਹੋ ਜਾਂਦੀ ਆ, ਐਗਜ਼ਾਇਟੀ ਜਿਹੜਾ ਬੇਚੈਨੀ ਲਈ ਵਰਡ ਯੂਜ਼ ਹੁੰਦਾ। ਠੀਕ ਹੈ, ਜਾਂ ਜੇ ਤੀ ਐਕਸਾਈਟ ਹੋ ਜਾਂਦੇ ਆ ਤਾਂ ਉਹਨਾਂ ਨੂੰ ਇੰਜੈਕਸ਼ਨ ਲੱਗਦੇ ਆ ਟ੍ਰੈਂਕਲਾਈਜ਼ਰਸ ਦੇ। ਠੀਕ ਹੈ, ਤੇ ਜਿਹੜੇ ਸਲੀਪਿੰਗ ਪਿਲਸ ਨੀਂਦ ਵਾਲੀਆਂ ਗੋਲੀਆਂ ਹੁੰਦੀਆਂ ਨੇ ਜੇ ਉਹਦੇ ਵਿੱਚ ਵੀ ਟ੍ਰੈਂਕਲਾਈਜ਼ਰ ਹੁੰਦੇ ਆ। ਇਹਦੀ ਤੁਸੀਂ ਇੱਕ ਐਗਜ਼ਾਮਪਲ ਵੀ ਕਰ ਲੈਣੀ ਆ, ਨੌਰ ਐਡਰੀਨੈਲਿਨ ਜਿਹੜੀ ਆ ਉਹ ਨਿਊਰੋ ਟਰਾਂਸਮਿਟਰ ਆ ਜਿਹੜੇ ਮੂਡ ਚੇਂਜਸ ਦੇ ਵਿੱਚ ਇੱਕ ਕਾਫੀ ਰੋਲ ਪਲੇ ਕਰਦੇ ਆ, ਵਧੀਆ ਰੋਲ ਪਲੇ ਕਰਦੇ ਆ। ਠੀਕ ਹੈ, ਡਿਪਰੈਸ਼ਨ ਵਗੈਰਾ 'ਚ ਜਿਹੜੇ ਪੇਸ਼ੈਂਟ ਹੁੰਦੇ ਆ ਉਹਨਾਂ ਲਈ ਇਹ ਡਿਜ਼ੀਜ਼ਜ਼ ਜਿਹੜੀਆਂ ਮੈਡੀਸਿਨਸ ਆ ਉਹ ਯੂਜ਼ ਹੁੰਦੀਆਂ। ਠੀਕ ਹੈ, ਨੈਕਸਟ ਆਪਣੇ ਕੋਲ ਹੈਗਾ, ਇਹਨਾਂ ਦੇ ਤੁਸੀਂ ਨਾਮ ਜਿਹੜੇ ਆ ਜਿਵੇਂ ਸੈਰੋਟੋਨਿਨ ਆ, ਇਹਨਾਂ ਦੇ ਨਾਮ ਹੀ ਯਾਦ ਕਰਨੇ ਆ ਬਿਕੋਜ਼ ਹੁਣ MCQs ਹੀ ਆਉਣੇ ਆ, ਤਾਂ ਸਟਰਕਚਰ ਜਿਹੜੇ ਹੈਗੇ ਉਹ ਭਾਵੇਂ ਨਾ ਲਰਨ ਕਰਿਓ। ਐਨਲਜੈਸਿਕਸ ਜਿਹੜੇ ਆਪਣੇ ਕੋਲ ਹੁੰਦੇ ਆ ਉਹ ਪੇਨ ਨੂੰ ਰਿਡਿਊਸ ਕਰਦੇ ਆ, ਪਿੱਛੇ ਵੀ ਆਪਾਂ ਪੜ੍ਹਿਆ ਸੀ ਪੇਨ ਰਿਲੀਵਰ ਹੁੰਦੇ ਆ। ਪੇਨ ਰਿਲੀਵਰ ਦੋ ਤਰ੍ਹਾਂ ਦੇ ਹੁੰਦੇ ਆ ਜੇ ਨੋਨ ਨੈਰਕੋਟਿਕ ਤੇ ਨੈਰਕੋਟਿਕ। ਨੋਨ ਨੈਰਕੋਟਿਕ ਤਾਂ ਹੁੰਦੇ ਆ ਜਿਵੇਂ ਐਸਪਿਰਿਨ ਤੇ ਪੈਰਾਸੀਟਾਮੋਲ ਜਿਹੜੇ ਆਪਾਂ ਫੀਵਰ ਵਗੈਰਾ 'ਚ ਯੂਜ਼ ਕਰਦੇ ਹਾਂ। ਨੋਨ ਨੈਰਕੋਟਿਕ ਦਾ ਮਤਲਬ ਇਹ ਹੁੰਦਾ ਹੈਗਾ ਬੱਚੇ ਵੀ ਇਹਨਾਂ ਦੀ ਆਪਾਂ ਨੂੰ ਹੈਬਿਟ ਨਹੀਂ ਪੈਂਦੀ। ਤੇ ਨੈਰਕੋਟਿਕ ਜਿਹੜੇ ਹੁੰਦੇ ਆ ਜਿਵੇਂ ਮੋਰਫਾਈਨ, ਹੈਰੋਇਨ, ਕੋਡੈਨ, ਬਰਾਊਨ ਸ਼ੂਗਰ, ਹੈ ਨਾ, ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੀ ਆਪਾਂ ਨੂੰ ਹੈਬਿਟ ਪੈ ਜਾਂਦੀ ਆ ਤੇ ਇਹ ਜਿਹੜੇ ਨਸ਼ਿਆਂ ਦੇ ਵਿੱਚ ਆ ਜਾਂਦੇ ਆ ਨੈਰਕੋਟਿਕ ਐਨਲਜੈਸਿਕਸ। ਠੀਕ ਹੈ, ਨੈਕਸਟ ਹੈਗੇ ਐਂਟੀ ਮਾਈਕਰੋਬੀਅਲਸ। ਐਂਟੀ ਮਾਈਕਰੋਬੀਅਲ ਹੁੰਦੇ ਆ ਜਿਹੜੇ ਬੈਕਟੀਰੀਆ ਦੀ ਗਰੋਥ ਨੂੰ ਰੋਕਦੇ ਆ। ਠੀਕ ਹੈ, ਇਹਦੇ ਵਿੱਚ ਆਪਣੇ ਮਤਲਬ ਕਿ ਦੋ ਤਰ੍ਹਾਂ ਦੇ ਆ ਆਪਣੇ ਕੋਲ, ਐਂਟੀਬਾਇਓਟਿਕਸ ਆ ਜਾਂਦੇ ਆ ਪਹਿਲਾਂ ਤਾਂ, ਇਹ ਇਨਫੈਕਸ਼ਨ ਨੂੰ ਟਰੀਟ ਕਰਦੇ ਆ। ਠੀਕ ਹੈ, ਆਪਣੀ ਬੋਡੀ ਦੇ ਵਿੱਚ ਜਿਵੇਂ ਆਪਾਂ ਨੂੰ ਕਈ ਵਾਰ ਪੇਟ 'ਚ ਇਨਫੈਕਸ਼ਨ ਹੋ ਜਾਏ, ਠੀਕ ਹੈ, ਤਾਂ ਉਹਦੇ ਲਈ ਐਂਟੀਬਾਇਓਟਿਕ ਮੈਡੀਸਿਨਸ ਦਿੰਦੇ ਆ। ਇਹ ਵੀ ਦੋ ਤਰ੍ਹਾਂ ਦੀਆਂ ਉਹਨਾਂ ਨੇ ਕਿਹਾ ਹੈਗਾ, ਜਿਹੜੀਆਂ ਬੈਕਟੀਰੀਸਾਈਡਲ ਆ ਤੇ ਬੈਕਟੀਰੀਓਸਟੈਟਿਕ ਆ। ਠੀਕ ਹੈ, ਬੈਕਟੀਰੀਸਾਈਡਲ ਦਾ ਵੇਖੋ ਉਹਨਾਂ ਨੇ ਮੀਨਿੰਗ ਕਿਹਾ ਹੈਗਾ ਵੀ ਇਹਨਾਂ ਦਾ ਤਾਂ ਕਿਲਿੰਗ ਇਫੈਕਟ ਹੁੰਦਾ, ਇਹ ਬੈਕਟੀਰੀਆਜ਼ ਨੂੰ ਕਿਲ ਕਰਦੇ ਆ। ਠੀਕ ਹੈ, ਤੇ ਸਟੈਟਿਕ ਆ ਜਿਹੜੇ ਸਟੈਟਿਕ ਆ ਜਿਵੇਂ ਐਰੀਥਰੋਮਾਈਸਿਨ ਆ ਜਾਂ ਟੈਟਰਾਸਾਈਕਲਿਨ ਆ, ਫੈਨਿਕੋਲ ਆ, ਜਿਹੜੇ ਇਹਨਾਂ ਦਾ ਇਨਹਿਬਿਟਰੀ ਇਫੈਕਟ ਹੁੰਦਾ ਹੈਗਾ, ਮਤਲਬ ਇਹ ਗਰੋਥ ਨੂੰ ਹੋਣ ਹੀ ਨਹੀਂ ਦਿੰਦੇ, ਪ੍ਰੋਡਿਊਸ ਹੀ ਨਹੀਂ ਹੋਣ ਦਿੰਦੇ। ਠੀਕ ਹੈ ਜੀ, ਇਹਦੇ ਵਿੱਚ ਰਾਜੇ ਇੱਕ ਚੀਜ਼ ਆ ਜਾਂਦੀ ਹੈ ਜਿਵੇਂ ਨੈਰੋ ਸਪੈਕਟਰਮ ਐਂਟੀਬਾਇਓਟਿਕਸ ਹੁੰਦੇ ਆ। ਠੀਕ ਹੈ, ਤੇ ਬ੍ਰੌਡ ਸਪੈਕਟਰਮ ਐਂਟੀਬਾਇਓਟਿਕਸ ਹੁੰਦੇ ਆ। ਨੈਰੋ ਸਪੈਕਟਰਮ ਤਾਂ ਉਹ ਹੁੰਦੇ ਆ ਜਿਹੜੇ ਕੁਛ ਕੁ ਮਤਲਬ ਜਿਹੜੇ ਬੇਸਿਕ ਜੇ ਹੈਗੇ ਆ, ਕੁਛ ਕੁ ਰੇਂਜ ਆਫ ਮਾਈਕਰੋ ਆਰਗੇਨਿਜ਼ਮ ਨੂੰ ਹੀ ਗਰੋਥ ਨੂੰ ਰੋਕਦੇ ਆ। ਠੀਕ ਹੈ, ਤੇ ਜਿਹੜੇ ਬ੍ਰੌਡ ਸਪੈਕਟਰਮ ਆ ਉਹ ਹੋਰ ਰੇਂਜ ਜਿਹੜੇ ਗ੍ਰਾਮ ਪੋਜ਼ਿਟਿਵ ਗ੍ਰਾਮ ਨੈਗੇਟਿਵ ਬੈਕਟੀਰੀਆ ਦੀ ਆ ਉਹਨੂੰ ਕਿਲ ਕਰਦੇ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਆ ਜਾਂਦੇ ਆ ਐਂਟੀਸੈਪਟਿਕ ਤੇ ਡਿਸਇਨਫੈਕਟੈਂਟ। ਇਹ ਬਹੁਤ ਇੰਪੋਰਟੈਂਟ ਆ, ਇਹਦੇ ਚੋਂ ਕਾਫੀ ਕੁਐਸਚਨ ਆਏ ਹੋਏ ਆ। ਐਂਟੀਸੈਪਟਿਕ ਤੇ ਡਿਸਇਨਫੈਕਟੈਂਟ ਉਹ ਕੈਮੀਕਲ ਹੁੰਦੇ ਆ ਜਿਹੜੇ ਗਰੋਥ ਨੂੰ ਕਿਲ ਕਰਦੇ ਆ ਮਾਈਕਰੋ ਆਰਗੇਨਿਜ਼ਮ ਦੀ ਨੂੰ, ਬਟ ਇਹਨੂੰ ਆਪਾਂ ਲਿਵਿੰਗ ਟਿਸ਼ੂ ਤੇ ਵੀ ਅਪਲਾਈ ਕਰ ਸਕਦੇ ਹਾਂ। ਦੇ ਆਰ ਅਪਲਾਈਡ ਟੂ ਦ ਲਿਵਿੰਗ ਟਿਸ਼ੂ, ਜਿਵੇਂ ਡਿਟੋਲ ਹੋ ਗਿਆ, ਠੀਕ ਹੈ, ਸੋਫਰਾਮਾਈਸਿਨ ਹੋ ਗਿਆ। ਬਟ ਜਿਹੜੇ ਡਿਸਇਨਫੈਕਟੈਂਟ ਹੁੰਦੇ ਆ ਉਹਨਾਂ ਨੂੰ ਆਪਾਂ ਉਹ ਵੀ ਕਿਲ ਕਰਦੇ ਆ ਮਾਈਕਰੋ ਆਰਗੇਨਿਜ਼ਮ ਨੂੰ, ਬਟ ਉਹਨਾਂ ਨੂੰ ਆਪਾਂ ਲਿਵਿੰਗ ਟਿਸ਼ੂ ਤੇ ਨਹੀਂ ਬਲਕਿ ਫਲੋਰ ਡਰੇਨੇਜ ਸਿਸਟਮ ਆ ਜਿਹੜਾ ਆਪਣਾ ਉਹਦੇ ਤੇ ਯੂਜ਼ ਕਰਦੇ ਆ। ਠੀਕ ਹੈ, ਤਾਂ
ਇਹਦੇ ਵਿੱਚ ਜਿਵੇਂ ਆਪਾਂ ਹਾਰਪਿਕ ਵਗੈਰਾ ਯੂਜ਼ ਕਰਦੇ ਆ ਉਹ ਆ ਜਾਂਦੇ ਆ। ਹੁਣ ਆਹ ਲਾਈਨ ਨੂੰ ਜਿਹੜੀ ਮੈਂ ਇੱਥੇ ਕਰ ਰਹੀ ਹਾਂ ਸਿਲੈਕਟ, ਇਹਨੂੰ ਧਿਆਨ ਨਾਲ ਪੜ੍ਹਿਓ। 0.2% ਸੋਲਿਊਸ਼ਨ ਫੈਨੋਲ ਦਾ ਐਂਟੀਸੈਪਟਿਕ ਹੁੰਦਾ, 1% ਸੋਲਿਊਸ਼ਨ ਆ ਜਿਹੜਾ ਉਹ ਡਿਸਇਨਫੈਕਟੈਂਟ ਹੁੰਦਾ। ਇਹਦੇ ਚੋਂ ਕਾਫੀ MCQs ਜਿਹੜੇ ਆ ਉਹ ਆਏ ਹੋਏ ਆ, ਠੀਕ ਹੈ ਜੀ। ਤਾਂ 0.2% ਸੋਲਿਊਸ਼ਨ ਆ ਜਿਹੜਾ ਫੈਨੋਲ ਦਾ ਉਹਨੂੰ ਐਂਟੀਸੈਪਟਿਕ ਕਹਿੰਦੇ ਆ, ਤੇ 1% ਸੋਲਿਊਸ਼ਨ ਆ ਜਿਹੜਾ ਉਹਨੂੰ ਡਿਸਇਨਫੈਕਟੈਂਟ ਕਹਿੰਦੇ। ਦੈਨ ਆ ਜਾਂਦੀਆਂ ਐਂਟੀ ਫਰਟੀਲਿਟੀ ਡਰੱਗਸ, ਜਿਹੜੀਆਂ ਪ੍ਰੈਗਨੈਂਸੀ ਨੂੰ ਰੋਕਣ ਵਾਸਤੇ ਯੂਜ਼ ਕਰਦੇ ਆ, ਜਿਵੇਂ ਸਹੇਲੀ, ਮਾਲਾਡੀ, ਬਰਥ ਕੰਟਰੋਲ ਪਿਲਸ ਤੁਸੀਂ ਪੜ੍ਹੀਆਂ ਹੋਣੀਆਂ ਹੈਗੀਆਂ 10th ਕਲਾਸ ਦੇ ਵਿੱਚ, ਉਹ ਸਾਰੀਆਂ ਐਂਟੀ ਫਰਟੀਲਿਟੀ ਡਰੱਗਸ ਦੇ ਵਿੱਚ ਆ ਜਾਂਦੀਆਂ, ਠੀਕ ਹੈ ਜੀ। ਦੈਨ ਹੈਗਾ ਫੂਡ ਦੇ ਵਿੱਚ, ਫੂਡ ਦੇ ਵਿੱਚ ਆਪਾਂ ਜਿਹੜੇ ਕੈਮੀਕਲ ਐਡ ਕਰਦੇ ਆ ਉਹ ਆਪਾਂ ਇੱਕ ਤਾਂ ਪ੍ਰੀਜ਼ਰਵ ਕਰਨ ਲਈ ਯੂਜ਼ ਕਰਦੇ ਆ, ਇੱਕ ਆਪਾਂ ਇਨਹਾਂਸ ਕਰਨ ਵਾਸਤੇ ਫੂਡ ਅਪੀਲ ਨੂੰ ਯੂਜ਼ ਕਰਦੇ ਆ, ਮਤਲਬ ਜਿਵੇਂ ਦੇਖਣ ਨੂੰ ਸੋਹਣਾ ਲੱਗੇ, ਕਲਰ ਵਗੈਰਾ ਯੂਜ਼ ਕਰਦੇ ਆ ਜਿਹੜੇ। ਇੱਕ ਆਪਾਂ ਥਰਡ ਹੈਗਾ ਵੀ ਆਪਾਂ ਉਹਨੂੰ ਨਿਊਟ੍ਰੀਟਿਵ ਵੈਲਿਊ, ਕੋਈ ਨਿਊਟ੍ਰੀਸ਼ਨ ਲਈ ਵੈਲਿਊ ਐਡ ਕਰਨੀ ਆ ਉਹਦੇ ਲਈ ਯੂਜ਼ ਕਰਦੇ ਆ। ਫੂਡ ਕਲਰ, ਫਲੇਵਰ ਸਵੀਟਨਰ, ਫੈਟ ਐਮਲਸੀਫਾਇਰ, ਕਾਫੀ ਕੈਟਾਗਰੀਜ਼ ਆ। ਇਹਦੇ ਵਿੱਚੋਂ ਮੇਨ ਜਿਹੜੀਆਂ ਉਹ ਅਸੀਂ ਸਟੱਡੀ ਕਰਨੀ ਆ ਆਰਟੀਫਿਸ਼ਲ ਸਵੀਟਨਿੰਗ ਏਜੰਟ। ਨੈਚੁਰਲ ਸਵੀਟਨਰ ਹੁੰਦੇ ਆ ਜਿਵੇਂ ਕਿ ਸੂਕਰੋਜ਼ ਆ, ਠੀਕ ਹੈ, ਉਹ ਕੈਲਰੀ ਨੂੰ ਵੀ ਵਧਾਉਂਦੇ ਆ, ਖੰਡ ਪਾਉਂਦੇ ਆ ਜਿਹੜੀ ਆਪਾਂ, ਹੈ ਨਾ। ਤੇ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਆਪਾਂ ਜਿਹੜੀਆਂ ਸਾਰੀਆਂ ਇਹ ਧਿਆਨ ਨਾਲ ਪੜ੍ਹਨੀਆਂ। ਸੈਕਰਿਨ ਆ, ਸੈਕਰਿਨ ਦਾ ਨਾਮ ਹੁੰਦਾ ਔਰਥੋਸਲਫੋਬੈਂਜ਼ਮਾਈਡ, ਠੀਕ ਹੈ। ਇਹ ਵੀ ਜਿਹੜਾ ਕਾਫੀ ਯੂਜ਼ ਕੀਤਾ ਜਾਂਦਾ ਆਰਟੀਫਿਸ਼ਲ ਸਵੀਟਨਿੰਗ ਏਜੰਟ ਆ, ਤੇ ਇਹ 550 ਟਾਈਮਸ ਜ਼ਿਆਦਾ ਮਿੱਠਾ ਹੁੰਦਾ ਕੇਨ ਸ਼ੂਗਰ ਨਾਲ। ਇਹ ਹੁਣ ਇਹ ਲਾਈਨ ਜਿਹੜੀ ਆ ਉਹ ਧਿਆਨ ਨਾਲ ਯਾਦ ਕਰਨੀ ਹੈ, ਚਾਹੇ ਤੁਸੀਂ ਇਹਦੀ ਪਿਕਚਰ ਕਲਿੱਕ ਕਰ ਲਓ, ਤੁਹਾਡੀ ਬੁੱਕ 'ਚ ਵੀ ਆ, ਮਾਡਰਨ 'ਚ ਵੀ ਆ, ਠੀਕ ਹੈ। ਇਹਦੀ ਉਹ ਕਹਿੰਦਾ ਜਿਹੜੇ ਡਾਇਬੈਟਿਕ ਪੇਸ਼ੈਂਟਸ ਆ ਉਹ ਇਹਨੂੰ ਯੂਜ਼ ਕਰਦੇ ਆ, ਕਿਉਂਕਿ ਉਹਨਾਂ ਨੇ ਆਪਣੀ ਕੈਲਰੀ ਇਨਟੇਕ ਆ ਉਹਨੂੰ ਕੰਟਰੋਲ ਕਰਨਾ ਹੁੰਦਾ। ਦੈਨ ਐਸਪੈਰਾਟੇਮ ਆ, ਸੈਕਰਿਨ ਆ, ਸੁਕਰਾਲੋਜ਼ ਆ, ਠੀਕ ਹੈ। ਇਹਨਾਂ ਨੇ ਸਵੀਟਨੈਸ ਕੰਪੈਰੀਜ਼ਨ ਵੀ ਕੀਤਾ ਹੋਇਆ ਹੈ, ਜਿਹੜਾ ਸੈਕਰਿਨ ਆ ਉਹ 550 ਟਾਈਮਸ ਜ਼ਿਆਦਾ ਸਵੀਟ ਹੁੰਦਾ ਹੈਗਾ ਕੇਨ ਸ਼ੂਗਰ ਤੋਂ, ਐਸਪੈਰਾਟਿਮ ਜਿਹੜਾ 100 ਹੁੰਦਾ ਹੈਗਾ, ਸੁਕਰਾਲੋਜ਼ 600 ਟਾਈਮਸ ਸਵੀਟ ਹੁੰਦਾ, ਤੇ ਐਲੀਟੇਮ ਆ ਜਿਹੜਾ 2000 ਟਾਈਮਸ ਸਟਰੋਂਗ ਹੁੰਦਾ। ਹੁਣ ਐਸਪੈਰਾਟਿਮ 'ਚ ਉਹਨਾਂ ਨੇ ਲਿਖਿਆ ਵੀ ਜਿਹੜਾ ਇਹ ਰਫਲੀ 100 ਟਾਈਮਸ ਸਵੀਟ ਆ, ਆਪਾਂ ਕਿਹਾ ਹੈਗਾ, ਹੈ ਨਾ। ਤੇ ਉਹ ਕਹਿੰਦਾ ਵੀ ਇਹਨੂੰ ਆਪਾਂ ਕੋਲਡ ਫੂਡ ਵਿੱਚ ਹੀ ਯੂਜ਼ ਕਰ ਸਕਦੇ ਹਾਂ ਜਾਂ ਸੌਫਟ ਡਰਿੰਕਸ ਦੇ ਵਿੱਚ, ਕਿਉਂਕਿ ਜਦੋਂ ਆਪਾਂ ਹੀਟ ਕਰਾਂਗੇ ਤਾਂ ਇਹ ਡੀਕੰਪੋਜ਼ ਹੋ ਜਾਂਦਾ, ਬਿਕੋਜ਼ ਇਹ ਕੁਕਿੰਗ ਟੈਂਪਰੇਚਰ ਤੇ ਅਨਸਟੇਬਲ ਹੁੰਦਾ। ਤੇ ਇਹਦੇ ਚੋਂ ਇਹ ਵੀ MCQ ਜਿਹੜਾ ਹੈਗਾ ਉਹ ਆ ਸਕਦਾ ਵੀ ਐਸਪੈਰਾਟਮ ਨੂੰ ਆਪਾਂ ਹਾਈ ਟੈਂਪਰੇਚਰ ਤੇ ਕਿਉਂ ਨਹੀਂ ਯੂਜ਼ ਕਰਦੇ। ਦੈਨ ਆਪਣੇ ਕੋਲ ਆ ਜਾਂਦੇ ਆ ਫੂਡ ਪ੍ਰੀਜ਼ਰਵੇਟਿਵਸ। ਫੂਡ ਪ੍ਰੀਜ਼ਰਵੇਟਿਵ ਜਿਹੜੇ ਹੈਗੇ ਆ ਇਹ ਵੀ ਪ੍ਰੀਵੈਂਟ ਕਰਦੇ ਆ ਸਪੋਇਲੇਜ ਆਫ ਫੂਡ ਨੂੰ, ਠੀਕ ਹੈ, ਮਾਈਕਰੋਬੀਅਲ ਗਰੋਥ ਨੂੰ ਰੋਕਦੇ ਆ। ਕਲੀਨਜ਼ਿੰਗ ਏਜੰਟ ਆ ਜਾਂਦੇ ਆ ਨੈਕਸਟ, ਜੇ ਸੋਪ ਤੇ ਡਿਟਰਜੈਂਟ, ਇਹ ਤੁਸੀਂ 10th 'ਚ ਵੀ ਪੜ੍ਹਿਆ, ਸਾਰਾ ਸੇਮ ਹੀ ਆ, ਆਪਾਂ 5th ਚੈਪਟਰ 'ਚ ਵੀ ਪੜ੍ਹਿਆ ਸੀ ਵੀ ਜਿਹੜੇ ਦੋ ਤਰ੍ਹਾਂ ਦੇ ਡਿਟਰਜੈਂਟ ਯੂਜ਼ ਹੁੰਦੇ ਆ, ਸੋਪ ਤੇ ਸਿੰਥੈਟਿਕ ਡਿਟਰਜੈਂਟ। ਇਹਨਾਂ ਦਾ ਕੰਮ ਕੀ ਹੁੰਦਾ ਵੀ ਜਿਹੜਾ ਕੱਪੜਾ ਹੈਗਾ ਜਾਂ ਸਕਿਨ ਆ ਉਹਦੇ ਨਾਲ ਕੋਈ ਆਇਲ ਵਗੈਰਾ ਜਾਂ ਕੋਈ ਗੰਦਗੀ ਬਾਈਂਡ ਹੋ ਜਾਂਦੀ ਆ ਉਹਨੂੰ ਰਿਮੂਵ ਕਰਨਾ। ਤੇ ਇਹਦੇ ਵਿੱਚ ਫੈਟ ਆਪਾਂ ਲੈ ਲੈਂਦੇ ਹਾਂ ਕੋਈ ਵੀ, ਸੋਡੀਅਮ ਸਟੀਰੇਟ ਵਗੈਰਾ, ਸੌਰੀ ਜਿਹੜਾ ਸਟੀਰਿਕ ਐਸਿਡ ਆ ਉਹਦਾ ਕੋਈ ਵੀ ਆਪਾਂ ਸਾਲਟ ਲੈ ਲੈਂਦੇ ਹਾਂ, ਤੇ NaOH ਜਦੋਂ ਸੋਡੀਅਮ ਹਾਈਡਰੋਕਸਾਈਡ ਨਾਲ ਇਹਨੂੰ ਟਰੀਟ ਕਰਦੇ ਹਾਂ ਤਾਂ ਸੋਡੀਅਮ ਸਟੀਰੇਟ ਫਾਰਮ ਹੁੰਦਾ, ਜਿਵੇਂ C17H35CONA, ਕੂਨਾ ਕਹਿੰਦੇ ਹੁੰਦੇ ਆ ਆਪਾਂ ਇਹਨੂੰ। ਤਾਂ ਇਹ ਸੋਪ ਫਾਰਮ ਹੋ ਗਈ, ਨਾਲ ਗਲਿਸਰੋਲ ਜਿਹੜਾ ਹੈਗਾ ਉਹ ਪ੍ਰੋਡਿਊਸ ਹੋ ਗਿਆ। ਤੇ ਜਿਹੜੇ ਸੋਪ ਆ ਇਹ ਆਪਾਂ ਫਾਰਮ ਕਰ ਰਹੇ ਆ, ਹੈ ਨਾ, ਤਾਂ ਇਹਨੂੰ ਫਾਰਮ ਕਰਨ ਦੇ ਪ੍ਰੋਸੈਸ ਨੂੰ ਸੈਪੋਨੀਫਿਕੇਸ਼ਨ ਕਹਿੰਦੇ ਆ, ਠੀਕ ਹੈ ਜੀ। ਇਹਨਾਂ ਵਿੱਚ ਹੁਣ ਤੁਸੀਂ ਇੱਕ ਤਾਂ ਇਹਦਾ ਜਿਵੇਂ ਬੇਸ ਕਿਹੜਾ ਯੂਜ਼ ਹੁੰਦਾ, ਸੋਡੀਅਮ ਸਟੀਰੇਟ, ਇਹਦਾ ਨਾਮ ਯਾਦ ਰੱਖਣਾ। ਫਾਰਮ ਕੀ ਹੁੰਦਾ, ਸੋਡੀਅਮ ਸਟੀਰੇਟ ਫਾਰਮ ਹੁੰਦਾ, ਨਾਲ ਗਲਿਸਰੋਲ ਐਜ਼ ਅ ਬਾਈ ਪ੍ਰੋਡਕਟ ਫਾਰਮ ਹੁੰਦਾ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਆ ਉਹ ਆ ਸਕਦੇ। ਨੈਕਸਟ ਬੱਚੇ ਇਹਦੇ ਵਿੱਚ ਟਾਈਪਸ ਆਫ ਸੋਪਸ ਆ। ਟੋਇਲਟ ਸੋਪਸ ਆ ਜਿਹੜੇ ਬੈਟਰ ਗ੍ਰੇਡਸ ਆਫ ਫੈਟ ਤੇ ਆਇਲ ਉਹਦੇ 'ਚ ਯੂਜ਼ ਕੀਤਾ ਜਾਂਦਾ, ਕਿਉਂਕਿ ਉਹ ਬਾਕੀ ਉਹ 'ਚ ਕਲਰ ਤੇ ਪਰਫਿਊਮ ਜਿਵੇਂ ਲਕਸ ਵਗੈਰਾ, ਹੈ ਨਾ, ਡਿਟੋਲ ਆ, ਯੂਜ਼ ਕੀਤਾ ਜਾਂਦਾ ਜਾਂ ਤਾਂ ਕਿ ਆਪਾਂ ਜਿਵੇਂ ਨਹਾਉਣ ਲਈ ਯੂਜ਼ ਕਰਨਾ ਹੁੰਦਾ ਥੋੜ੍ਹਾ ਅਟਰੈਕਟਿਵ ਹੋਵੇ, ਠੀਕ ਹੈ। ਤੇ ਟਰਾਂਸਪੇਰੈਂਟ ਸੋਪਸ ਹੁੰਦੀਆਂ ਯੂਜ਼ ਕੀਤੀਆਂ ਜਾਂਦੀਆਂ, ਜਿਵੇਂ ਇੱਕ ਸੋਪ ਹੁੰਦੀ ਹੈ, ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ, ਬਰਾਊਨਿਸ਼ ਜੇ ਕਲਰ ਦੀ ਪੀਅਰ ਸੋਪ ਹੁੰਦੀ ਆ, ਹਾਂ, ਟਰਾਂਸਪੇਰੈਂਟ ਟਾਈਪ ਦੀ ਹੁੰਦੀ ਹੈ। ਮੈਡੀਕੇਟਡ ਸੋਪਸ ਹੁੰਦੀਆਂ ਹੈਗੀਆਂ, ਨੀਮ ਵਗੈਰਾ ਪਾਇਆ ਹੁੰਦਾ ਉਹਨਾਂ 'ਚ। ਇੱਕ ਚੀਜ਼ ਬੱਚੇ ਹੋਰ ਆ, ਉਹ ਕਹਿੰਦਾ ਵੀ ਆਪਾਂ ਨੂੰ ਪਤਾ ਵੀ ਜਿਹੜੀਆਂ ਸੋਪਸ ਆ ਉਹ ਹਾਰਡ ਵਾਟਰ 'ਚ ਵਰਕ ਨਹੀਂ ਕਰਦੀਆਂ,
ਠੀਕ ਹੈ। ਹਾਰਡ ਵਾਟਰ ਦੇ ਵਿੱਚ ਸੋਪ ਦੀ ਮੈਲ ਜੀ ਬਣ ਜਾਂਦੀ ਹੈ, ਲੈਦਰ ਨਹੀਂ ਫਾਰਮ ਕਰਦੇ। ਕਿਉਂਕਿ ਉਹ ਸਕਮ ਜਿਹੜੀ ਬਣਦੀ ਹੈਗੀ ਆ ਉਹ ਕਾਹਦੇ ਕਰਕੇ ਬਣਦੀ ਹੈ, ਕੈਲਸ਼ੀਅਮ ਕਲੋਰਾਈਡ ਜਿਹੜਾ ਹੁੰਦਾ ਉਹ ਪ੍ਰੈਜ਼ੈਂਟ ਹੁੰਦਾ। ਠੀਕ ਹੈ, ਕੈਲਸ਼ੀਅਮ ਕਲੋਰਾਈਡ ਨਾਲ ਰਿਐਕਟ ਕਰਕੇ ਇਨਸੋਲੇਬਲ ਕੈਲਸ਼ੀਅਮ ਸਟੀਰੇਟ ਬਣ ਜਾਂਦਾ ਹੈਗਾ, ਜਿਹਨੂੰ ਆਪਾਂ ਸੋਪ ਕਹਿ ਦਿੰਦੇ ਹਾਂ। ਸਿੰਥੈਟਿਕ ਡਿਟਰਜੈਂਟ ਉਹ ਕਹਿੰਦਾ ਇਹਨਾਂ 'ਚ ਪ੍ਰੋਪਰਟੀਜ਼ ਹੁੰਦੀਆਂ ਵੀ ਇਹ ਹਾਰਡ ਵਾਟਰ ਦੇ ਵਿੱਚ ਵੀ ਲੈਦਰ ਫਾਰਮ ਕਰ ਲੈਂਦੇ ਆ। ਠੀਕ ਹੈ, ਇਹ ਫਰਦਰ 3 ਟਾਈਪ ਦੇ ਆ, ਕੈਟਾਇਨਿਕ, ਐਨਾਇਨਿਕ ਤੇ ਨੋਨ ਆਇਨਿਕ। ਐਨਾਇਨਿਕ ਉਹ ਹੁੰਦੇ ਆ ਰਾਜੇ ਜਿਹਦੇ ਵਿੱਚ ਦੇਖੋ ਜਿਹੜਾ ਤੁਸੀਂ ਮੇਨਲੀ ਆਹ ਸਮਝਣਾ ਵੀ ਜਿਹੜਾ ਜ਼ਿਆਦਾ ਸੋਡੀਅਮ ਸਾਲਟ ਵਾਲਾ ਪਾਰਟ ਹੁੰਦਾ ਹੈਗਾ ਉਹਦੇ ਤੇ ਨੈਗੇਟਿਵ ਚਾਰਜ ਆ। ਠੀਕ ਹੈ, ਕੈਟਾਇਨਿਕ ਦੇ ਵਿੱਚ ਮੇਨ ਪਾਰਟ ਆ ਜਿਹੜਾ ਕਾਰਬਨ ਚੇਨ ਵਾਲਾ ਉਹਦੇ ਤੇ ਪੋਜ਼ਿਟਿਵ ਚਾਰਜ ਆ, ਮਤਲਬ ਜਿਹੜਾ ਜ਼ਿਆਦਾ ਪਾਰਟ ਹੈ ਉਹ ਜੇ ਨੈਗੇਟਿਵ ਚਾਰਜ ਹੋਲਡ ਕਰ ਰਿਹਾ ਤਾਂ ਉਹ ਐਨਾਇਨਿਕ ਆ, ਜੇ ਪੋਜ਼ਿਟਿਵ ਚਾਰਜ ਹੋਲਡ ਕਰ ਰਿਹਾ ਤਾਂ ਉਹ ਕੈਟਾਇਨਿਕ ਆ, ਤੇ ਜੇ ਉਹਦੇ ਉੱਪਰ ਕੋਈ ਚਾਰਜ ਨਹੀਂ ਹੈਗਾ ਓਵਰਆਲ ਤਾਂ ਉਹ ਹੈਗਾ ਨੋਨ ਆਇਨਿਕ। ਠੀਕ ਹੈ ਜੀ, ਬਸ ਇੱਥੋਂ ਤੱਕ ਹੀ ਆਪਣਾ ਚੈਪਟਰ ਆ। ਮੈਂ ਫੁੱਲੀ ਇੱਕ ਵਾਰ ਰਿਵਾਈਜ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ, ਆਪਾਂ ਪਹਿਲਾਂ ਵੀ ਕੀਤਾ ਹੋਇਆ ਹੈਗਾ। ਨੈਕਸਟ ਲੈਕਚਰ ਤੁਹਾਡਾ ਟੈਸਟ ਹੋਊਗਾ, ਜੇ ਫਿਰ ਵੀ ਕਿਸੇ ਨੂੰ ਕੁਝ ਡਾਊਟ ਆ ਤਾਂ ਮੈਨੂੰ ਪੁੱਛ ਲਓ।